जी आਇਆਂ ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸੈਕੰਡਰੀ ਕਲਾਸਿਸ ਅਰਥਾਤ 11ਵੀਂ ਅਤੇ 12ਵੀਂ ਜਮਾਤ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 6 ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਉਸ ਦੀਆਂ ਅਗਲੀਆਂ ਦੋ ਐਕਸਰਸਾਈਜ਼ਸ 10 ਐਂਡ 11 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਮਗਰੋਂ ਦੀ ਇਹਨਾਂ ਨੂੰ ਸਾਰਿਆਂ ਨੂੰ ਆਨਸਰਸ ਨੂੰ ਪੜ੍ਹੋ 2-3 ਵਾਰ ਤੇ ਫਿਰ ਬਿਨਾਂ ਦੇਖੇ ਆਪ ਸਾਰੀ ਐਕਸਰਸਾਈਜ਼ਸ ਨੂੰ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਐਕਸਰਸਾਈਜ਼ 10 ਕਹਿੰਦੀ ਟਰਾਂਸਫਾਰਮ ਦੀ ਫੋਲੋਇੰਗ ਸਿੰਪਲ ਸੈਂਟੈਂਸਸ ਇਨਟੂ ਕੰਪਲੈਕਸ ਸੈਂਟੈਂਸਸ। ਸਿੰਪਲ ਸੈਂਟੈਂਸ ਦਿੱਤੇ ਹੋਏ ਨੇ ਤੇ ਹਰ ਇੱਕ ਸਿੰਪਲ ਸੈਂਟੈਂਸ ਨੂੰ ਕੰਪਲੈਕਸ ਸੈਂਟੈਂਸ ਦੇ ਵਿੱਚ ਕਨਵਰਟ ਕਰਨਾ ਹੈ। ਸੋ ਪਹਿਲਾ ਸੈਂਟੈਂਸ ਹੈ ਮਿਸ ਸੁਸ਼ਮਾ ਇਜ਼ ਸੈਡ ਟੂ ਬੀ ਅ ਗੁੱਡ ਡਾਕਟਰ, ਅਰਥਾਤ ਮਿਸ ਸੁਸ਼ਮਾ ਇੱਕ ਚੰਗੀ ਡਾਕਟਰ ਕਰਕੇ ਜਾਣੀ ਜਾਂਦੀ ਹੈ ਜਾਂ ਉਹਨੂੰ ਇੱਕ ਚੰਗੀ ਡਾਕਟਰ ਦੇ ਤੌਰ ਤੇ ਕਿਹਾ ਜਾਂਦਾ ਹੈ। ਸੋ ਇਹਨੂੰ ਇੱਦਾਂ ਕਰਾਂਗੇ ਇਟ ਇਜ਼ ਸੈਡ ਦੈਟ ਮਿਸ ਸੁਸ਼ਮਾ ਇਜ਼ ਅ ਗੁੱਡ ਡਾਕਟਰ। ਸੋ ਮਿਸ ਸੁਸ਼ਮਾ ਇਜ਼ ਸੈਡ ਟੂ ਬੀ ਕਰਕੇ ਬਣ ਜਾਏਗਾ ਇਟ ਇਜ਼ ਸੈਡ ਦੈਟ, ਠੀਕ ਹੈ, ਦੈਟ ਕਰਕੇ ਹੈ ਕੰਪਲੈਕਸ ਬਣ ਜਾਏਗਾ। ਦੀ ਈਸਟ ਵਿੰਡ ਕੱਟ ਲਾਈਕ ਅ ਨਾਈਫ। ਇਹ ਬੱਚੋ ਦੇਖੋ ਹੁਣ ਇੱਥੇ ਥੋੜੀ ਜਿਹੀ ਇਤਨਾ ਘੁੰਡੀ ਹੈਗੀ ਹੈ, ਮੈਂ ਤੁਹਾਨੂੰ ਦੱਸਦਾ ਜਿਹੜਾ ਕੱਟ ਸ਼ਬਦ ਹੈ ਜਿਹੜਾ ਵਰਬ ਹੈਗੀ ਹੈ ਇਹਦੀ ਤਿੰਨੋਂ ਫਾਰਮ ਹੁੰਦੀ ਹੈ ਕੱਟ 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 ਕੱਟ। ਜਿੱਦਾਂ ਗੋ ਦੀ ਚੇਂਜ ਹੁੰਦੀ ਹੈ ਨਾ, ਗੋ ਵੈਂਟ ਗੋਨ, ਈਟ ਏਟ ਈਟਨ, ਪਰ ਕੱਟ ਕੋਸਟ ਪੁੱਟ ਇਹ ਕੁਝ ਵਰਡਸ ਨੇ ਇਹਨਾਂ ਦੀ ਫਾਰਮ ਤਿੰਨਾਂ ਵਿੱਚ ਇੱਕੋ ਰਹਿੰਦੀ ਹੈ। ਹੁਣ ਬੱਚਾ ਦੇਖੋ ਇੱਥੇ ਮੈਂ ਕਹਿ ਰਿਹਾ ਕਿ ਇਹ ਮੈਨੂੰ ਕਿੱਦਾਂ ਪਤਾ ਲੱਗਿਆ ਕਿ ਪ੍ਰੈਜ਼ੈਂਟ ਟੈਂਸ ਹੈ ਜਾਂ ਪਾਸਟ ਟੈਂਸ ਹੈ। ਮੈਂ ਕਹਿ ਰਿਹਾ ਪਾਸਟ ਟੈਂਸ ਹੈ, ਕਿਉਂ? ਦੀ ਈਸਟ ਵਿੰਡ ਇਹ ਸਿੰਗੂਲਰ ਹੈਗਾ, ਜੇ ਪ੍ਰੈਜ਼ੈਂਟ ਟੈਂਸ ਹੁੰਦਾ ਤੇ ਇੱਥੇ ਐਸ ਆਉਣਾ ਸੀ। ਦੀ ਈਸਟ ਵਿੰਡ ਕਟਸ ਲਾਈਕ ਅ ਨਾਈਫ, ਠੀਕ ਹੈ, ਕਟਸ ਆਉਣਾ ਸੀਗਾ, ਪਰ ਇਧਰੋਂ ਕੱਟ ਹੈਗਾ ਤੇ ਇਹਦਾ ਮਤਲਬ ਕੀ ਹੈ, ਮੈਨੂੰ ਪਤਾ ਲੱਗਦਾ ਕਿ ਜਿਹੜਾ ਸੈਂਟੈਂਸ ਹੈ ਇਹ ਜਿਹੜਾ ਹੈਗਾ ਇਹ ਪਾਸਟ ਟੈਂਸ ਵਿੱਚ ਹੈਗਾ ਤੇ ਇਹਦਾ ਮਤਲਬ ਕਿ ਪੂਰਬ ਦੀ ਹਨੇਰੀ, ਪੂਰਬੀ ਹਵਾ ਚਾਕੂ ਵਾਂਗ ਚੀਰਦੀ ਸੀ, ਚਾਕੂ ਵਾਂਗ ਵੱਢਦੀ ਸੀ, ਚੀਰਵੀਂ ਸੀਗੀ, ਠੀਕ ਹੈ। ਹੁਣ ਇਹਦਾ ਮਤਲਬ ਪਾਸਟ ਟੈਂਸ ਹੈ। ਇਹ ਮੈਂ ਤਾਂ ਕਹਿ ਰਿਹਾ ਕਿ ਜਦੋਂ ਅਸੀਂ ਕੰਪਲੈਕਸ ਸੈਂਟੈਂਸ ਵਿੱਚ ਅਸੀਂ ਇਹਨੂੰ ਕਨਵਰਟ ਕਰਾਂਗੇ ਤਦ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪ੍ਰੈਜ਼ੈਂਟ ਟੈਂਸ ਹੈ ਜਾਂ ਪਾਸਟ ਟੈਂਸ ਹੈ। ਇਹ ਦੇਖੋ ਹੁਣ ਕਿੱਦਾਂ, ਦੀ ਵਿੰਡ ਦੈਟ ਬਲੂ, ਹੁਣ ਬਲੂ ਬਲੋਨ, ਇੱਥੇ ਮੈਨੂੰ ਇਹ ਚੀਜ਼ ਵਰਤੀ ਹੈ ਕਿਉਂਕਿ ਇੱਥੇ ਕੱਟ ਪਾਸਟ ਟੈਂਸ ਹੈ, ਇਸ ਕਰਕੇ ਮੈਂ ਬਲੂ ਵਰਤਿਆ। ਦੀ ਵਿੰਡ ਦੈਟ ਬਲੂ ਫਰੋਮ ਦਾ ਈਸਟ, ਅਰਥਾਤ ਉਹ ਹਵਾ ਜਿਹੜੀ ਪੂਰਬ ਵੱਲੋਂ ਵਗੀ, ਬਲੂ ਕਹਿੰਦੇ ਵਗੀ, ਕੱਟ ਲਾਈਕ ਅ ਨਾਈਫ, ਉਹ ਚਾਕੂ ਵਾਂਗੂ ਚੀਰਦੀ ਸੀ। ਜਾਂ ਫਿਰ ਬਲੂ ਦੀ ਜਗ੍ਹਾ ਕੇਮ ਸੌਖਾ ਵਰਡ ਵਰਤ ਸਕਦੇ ਹਾਂ, ਦੀ ਵਿੰਡ ਦੈਟ ਕੇਮ ਫਰੋਮ ਦੀ ਈਸਟ ਕੱਟ ਲਾਈਕ ਅ ਨਾਈਫ, ਅਰਥਾਤ ਉਹ ਹਨੇਰੀ, ਉਹ ਹਵਾ ਜਿਹੜੀ ਪੂਰਬ ਵੱਲੋਂ ਆਈ ਉਹ ਚਾਕੂ ਵਾਂਗ ਚੀਰਦੀ ਸੀ, ਠੀਕ ਹੈ। ਹੁਣ ਅਗਲਾ ਆ ਗਿਆ ਡੋਂਟ ਲੀਵ ਦੀ ਸਟੇਸ਼ਨ ਵਿਦਾਊਟ ਪਰਮਿਸ਼ਨ। ਪਰਮਿਸ਼ਨ ਹੁੰਦੀ ਇਜਾਜ਼ਤ, ਡੋਂਟ ਲੀਵ ਦੀ ਸਟੇਸ਼ਨ ਵਿਦਾਊਟ ਪਰਮਿਸ਼ਨ, ਅਰਥਾਤ ਇਜਾਜ਼ਤ ਤੋਂ ਬਿਨਾਂ ਸਟੇਸ਼ਨ ਨਾ ਛੱਡੋ, ਸਟੇਸ਼ਨ ਤੋਂ ਨਾ ਜਾਓ। ਤੈਨੂੰ ਦੋ ਤਰੀਕੇ ਨਾਲ ਲਿਖ ਸਕਦੇ ਹਾਂ, ਡੋਂਟ ਲੀਵ ਦੀ ਸਟੇਸ਼ਨ ਅਨਲੈਸ ਯੂ ਆਰ ਪਰਮਿਟਡ। ਪਰਮਿਸ਼ਨ ਤੋਂ ਅਸੀਂ ਵਰਬ ਬਣਾਵਾਂਗੇ, ਪਰਮਿਸ਼ਨ ਨਾਉਨ ਹੈ, ਆਰ ਪਰਮਿਟਡ। ਸੋ ਇਹ ਮੈਂ ਇੱਦਾਂ ਵੀ ਲਿਖ ਸਕਦਾ ਡੋਂਟ ਲੀਵ ਦਾ ਸਟੇਸ਼ਨ ਅਨਲੈਸ ਯੂ ਪਰਮਿਟਡ, ਤੇ ਅਨਲੈਸ ਪਹਿਲੇ ਵੀ ਕਰ ਸਕਦੇ ਹਾਂ, ਅਨਲੈਸ ਯੂ ਆਰ ਪਰਮਿਟਡ, ਫਿਰ ਉੱਥੇ ਕੌਮਾ ਆ ਜਾਏਗਾ, ਅਨਲੈਸ ਯੂ ਆਰ ਪਰਮਿਟਡ ਡੋਂਟ ਲੀਵ ਦੀ ਸਟੇਸ਼ਨ। ਸੋ ਦੋਨੋਂ ਰੂਪ ਜਿਹੜੇ ਨੇ ਠੀਕ ਨੇ ਕੰਪਲੈਕਸ ਦੇ। ਅੱਗੇ ਚਲੀਏ, ਆਗੇ ਹੁਣ ਚੌਥਾ, ਸ਼ੀ ਸਪੀਕਸ ਵੈਰੀ ਫਾਸਟ ਫॉर ਮੀ ਟੂ ਅੰਡਰਸਟੈਂਡ, ਅਰਥਾਤ ਉਹ ਇੰਨਾ ਤੇਜ਼ ਬੋਲਦੀ ਹੈ ਕਿ ਮੈਨੂੰ ਸਮਝ ਨਹੀਂ ਆਉਂਦਾ। ਸੋ ਇਹਨੂੰ ਕਿੱਦਾਂ ਬੋਲਾਂਗੇ ਕੰਪਲੈਕਸ ਵਿੱਚ, ਸ਼ੀ ਸਪੀਕਸ ਸੋ ਫਾਸਟ दैट आई कैनॉट अंडरस्टैंड हर, ठीक है, हो गया। आगे चलिए, ही इज़ अ लेज़ी लैड, लैड मैंने गबरू, लेज़ी मैंने आलसी, वो एक आलसी गबरू है। सो इन्हें करेंगे ही इज़ अ लैड हु इज़ लेज़ी, वो एक गबरू है जो कि आलसी है, ठीक है। आई लाइक सॉल्विंग सच प्रॉब्लम्स, मैनू इदां दियां बुझारतां समस्यावां हल करना चंगा लगता है। सो ਇਹਨੂੰ ਕਿੱਦਾਂ ਕਨਵਰਟ ਕਰਾਂਗੇ, ਆਈ ਲਾਈਕ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਪਸੰਦ ਹੈ, ਵੈਨ ਆਈ ਸੋਲਵ ਸਚ ਪ੍ਰੋਬਲਮਸ, ਠੀਕ ਹੈ। ਬੜਾ ਵਧੀਆ ਬੱਚਿਓ ਐਕਸਰਸਾਈਜ਼ ਹੈਗੀਆਂ ਤੇ ਇਹਨਾਂ ਨੂੰ ਜ਼ਰੂਰ ਕਰੋ। ਸੈਂਟੈਂਸਿਸ ਦੀ ਬਣਤਰ ਦੇ ਬਾਰੇ ਤੁਹਾਡਾ ਬਹੁਤ ਵਧੀਆ ਅਭਿਆਸ ਹੋ ਜਾਏਗਾ ਇਹਨਾਂ ਦੇ ਨਾਲ। ਹਿਜ਼ ਫੇਸ ਐਕਸਪ੍ਰੈਸ਼ਨਸ, ਮੈਨੂੰ ਲੱਗਦਾ ਬੱਚਿਓ ਤੇ ਫੇਸ਼ੀਅਲ ਆਉਣਾ ਚਾਹੀਦਾ, ਪਰ ਜਿੱਦਾਂ ਕਿਤਾਬ ਛਪਿਆ ਮੈਂ ਉਹਦਾ ਲਿਖ ਦਿੱਤਾ ਹੈ ਫੇਸ ਮੈਨੇ ਮੂੰਹ, ਇਹ ਫੇਸ ਐਕਚੁਅਲੀ ਐਡਜੈਕਟਿਵ ਨਹੀਂ ਹੈਗਾ,
ਇਹ ਆना चाहिए फेशियल IAL, ठीक है। मैनू इदा लगता इदा आना चाहिए, पर मैं जिदा किताब च लिखा उदा लिख दिता। हिज फेस एक्सप्रैशनस टेल अस अ डिफरेंट स्टोरी, अर्थात ਉਹਦੇ ਚਿਹਰੇ ਦੇ ਹਾਵ ਭਾਵ ਕੋਈ ਦੂਜੀ ਕਹਾਣੀ ਦੱਸਦੇ ਹਨ। ਇਹਦਾ ਮਤਲਬ ਕੀ ਹੈ ਕਿ ਬੰਦਾ ਗੱਲ ਕੋਈ ਹੋਰ ਕਰ ਰਿਹਾ ਹੋਵੇ ਤੇ ਉਹ ਜਿਹੜੀ ਗੱਲ ਕਰ ਰਿਹਾ ਹੈ ਉਹਦਾ ਮੇਲ ਉਹਦੀ ਅੱਖਾਂ ਉਹਦੇ ਚਿਹਰੇ ਦੇ ਹਾਵ ਭਾਵ ਨਾਲ ਮੇਲ ਨਾ ਖਾਂਦਾ ਹੋਵੇ। ਕਹਿੰਦੇ ਬੰਦਾ ਗੱਲ ਤੇ ਜਿੱਦਾਂ ਕੋਈ ਹੋਰ ਕਰ ਰਿਹਾ ਪਰ ਉਹਦੇ ਚਿਹਰੇ ਦੇ ਹਾਵ ਭਾਵ ਤੋਂ ਲੱਗ ਰਿਹਾ ਵੀ ਅੰਦਰ ਕੁਝ ਹੋਰ ਚੱਲਦਾ ਪਿਆ। ਸੋ ਹਿਸ ਫੇਸ ਐਕਸਪ੍ਰੈਸ਼ਨਸ ਟੈਲ ਅਸ ਅ ਡਿਫਰੈਂਟ ਸਟੋਰੀ, ਅਰਥਾਤ ਉਹਦੇ ਚਿਹਰੇ ਦੇ ਹਾਵ ਭਾਵ ਕੋਈ ਵੱਖਰੀ ਗੱਲ ਦੱਸਦੇ ਹਨ। ਸੋ ਇਹਨਾਂ ਦੇ ਕਿੱਦਾਂ ਕਰਾਂਗੇ? ਹਿਸ ਫੇਸ ਐਕਸਪ੍ਰੈਸ਼ਨਸ ਟੈਲ ਅਸ ਅ ਸਟੋਰੀ ਦੈਟ ਇਜ਼ ਡਿਫਰੈਂਟ, ਅਰਥਾਤ ਉਹਦੇ ਚਿਹਰੇ ਦੇ ਹਾਵ ਭਾਵ ਉਹ ਕਹਾਣੀ ਦੱਸਦੇ ਹਨ ਜੋ ਕਿ ਵੱਖਰੀ ਹੈ। ਫਿਰ ਟੁਡੇ ਇਜ਼ ਦੀ ਲਾਸਟ ਡੇ ਆਫ ਦਿਸ ਟੈਸਟ ਮੈਚ, ਇਸ ਟੈਸਟ ਮੈਚ ਦਾ ਅੱਜ ਆਖਰੀ ਦਿਨ ਹੈ। ਸੋ ਨਿੰਦਾ ਕਰ ਲਾਂਗੇ ਟੁਡੇ ਇਜ਼ ਦੀ ਡੇ ਵਿਚ ਇਜ਼ ਦੀ ਲਾਸਟ ਫॉर ਦਿਸ ਟੈਸਟ ਮੈਚ। ਠੀਕ ਹੈ ਜੀ, ਅੱਗੇ ਚਲੀਏ। On being questioned he confessed his fault, confess ਹੁੰਦਾ ਕਬੂਲ ਕਰਨਾ, किसी गलती ਨੂੰ ਮੰਨ ਲੈਣਾ। ਫਾਲਟ ਮੈਨੇ ਗਲਤੀ ਕਮੀ। ਔਨ ਬੀਇੰਗ ਕੁਐਸਚਨਡ ਅਰਥਾਤ ਜਦੋਂ ਉਹਨਾਂ ਸਵਾਲ ਜਵਾਬ ਕੀਤੇ ਗਏ, ਪੁੱਛ ਪੜਤਾਲ ਕੀਤੀ ਗਈ, ਜਦੋਂ ਮਤਲਬ ਕਿ ਉਹਨੂੰ ਘੇਰਿਆ ਗਿਆ, ਉਹਨਾਂ ਗੱਲਾਂ ਬਾਤਾਂ ਕੀਤੀਆਂ ਤੇ ਹੀ ਕਨਫੈਸਡ ਹਿਜ਼ ਫਾਲਟ, ਉਹਨੇ ਆਪਣੀ ਜਿਹੜੀ ਉਹ ਸੀਗੀ ਮਤਲਬ ਜਦੋਂ ਉਹ ਕੋਲ ਪੁੱਛ-ਗਿੱਛ ਕੀਤੀ ਗਈ ਤੇ ਉਹਨੇ ਆਪਣੀ ਗਲਤੀ ਮੰਨ ਲਈ। ਸੋ ਇਹਨੂੰ ਕਿੱਦਾਂ ਕਹਾਂਗੇ? ਵੈਨ ਹੀ ਫੇਸਡ ਕੁਐਸਚਨਿੰਗ, ਜਦੋਂ ਉਹਦਾ ਵਾਹ ਪੁੱਛ ਪੜਤਾਲ ਨਾਲ ਪਿਆ, ਵੈਨ ਹੀ ਫੇਸਡ ਕੁਐਸਚਨਿੰਗ ਪੁੱਛ ਪੜਤਾਲ ਨਾਲ ਪਿਆ, ਪੁੱਛ-ਗਿੱਛ ਨਾਲ ਪਿਆ, ਹੀ ਕਨਫੈਸਡ ਹਿਜ਼ ਫਾਲਟ, ਉਹਨੇ ਆਪਣੀ ਗਲਤੀ ਮੰਨ ਲਈ। ਫਿਰ ਅਗਰ ਟੈਲ ਅਸ ਦੀ ਫੈਕਟਸ, ਫੈਕਟਸ ਹੁੰਦੇ ਤੱਥ, ਸਾਨੂੰ ਤੱਥਾਂ ਬਾਰੇ ਦੱਸੋ, ਸਾਨੂੰ ਤੱਥ ਦੱਸੋ। ਸੋ ਇਹਨੂੰ ਇੱਦਾਂ ਕਹਾਂਗੇ ਟੈਲ ਅਸ ਵਟ ਦੀ ਫੈਕਟਸ ਆਰ। ਸੋ ਬੱਚੇ ਬੜੀ ਇੰਟਰਸਟਿੰਗ ਹੈਗੀ ਹੈ ਐਕਸਰਸਾਈਜ਼, ਇਹਨੂੰ ਜ਼ਰੂਰ ਕਰਿਓ ਧਿਆਨ ਦੇ ਨਾਲ। ਤੇ ਜਿਵੇਂ ਮੈਂ ਕਿਹਾ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਪੜ੍ਹ ਕੇ ਇੱਕ ਦੋ ਵਾਰ ਬਿਨਾਂ ਦੇਖੇ ਸਾਰੀ ਐਕਸਰਸਾਈਜ਼ ਨੂੰ ਜ਼ਰੂਰ ਕਰੋ। ਆਓ ਦੇਖਿਓ ਹੁਣ ਐਕਸਰਸਾਈਜ਼ 11 ਥੋੜੀ ਵੱਖਰੀ ਹੈ। ਕਹਿੰਦੇ ਟ੍ਰਾਂਸਫਾਰਮ ਦੀ ਫੋਲੋਇੰਗ ਕੰਪਾਊਂਡ ਸੈਂਟੈਂਸਿਸ ਇਨਟੂ ਕੰਪਲੈਕਸ ਸੈਂਟੈਂਸਿਸ। ਹੁਣ ਸਿੰਪਲ ਸੈਂਟੈਂਸ ਨਹੀਂ ਦਿੱਤੇ ਹੋਏ, ਇਹਨਾਂ ਨੇ ਕੰਪਾਊਂਡ ਸੈਂਟੈਂਸ ਦਿੱਤੇ ਹੋਏ ਨੇ ਤੇ ਅਸੀਂ ਇਹਨਾਂ ਤੋਂ ਕੰਪਲੈਕਸ ਬਣਾਉਣਾ। ਅੱਛਾ ਬੱਚਿਓ, ਜਿੰਨੀ ਐਕਸਰਸਾਈਜ਼ਸ ਨੇ ਇਹਨਾਂ ਨੂੰ ਤੁਸੀਂ ਡਬਲ ਕਰ ਸਕਦੇ ਹੋ, ਅਰਥਾਤ ਤੁਸੀਂ ਇਹਨਾਂ ਨੂੰ ਐਕਸਰਸਾਈਜ਼ ਮੰਨ ਲਓ ਤੇ ਜੋ ਐਕਸਰਸਾਈਜ਼ ਹੈ ਉਹ ਤੁਹਾਡੇ ਆਨਸਰ ਹੋ ਜਾਣਗੇ। ਅਰਥਾਤ ਤੁਸੀਂ ਸਿੰਪਲ ਤੋਂ ਕੰਪਲੈਕਸ ਬਣਾਓ, ਕੰਪਲੈਕਸ ਤੋਂ ਸਿੰਪਲ ਬਣਾਓ। ਹੁਣ ਇਹ ਕੰਪਾਊਂਡ ਦਿੱਤਾ ਹੈ, ਕੰਪਾਊਂਡ ਤੋਂ ਅਸੀਂ ਕੰਪਲੈਕਸ ਬਣਾ ਰਹੇ ਹਾਂ। ਤੁਸੀਂ ਇਹ ਜਿਹੜਾ ਆਨਸਰ ਹੈ ਇਹਨੂੰ ਮੰਨ ਲਓ ਕਿ ਇਹ ਤੁਹਾਡੀ ਐਕਸਰਸਾਈਜ਼ ਹੈ ਤੇ ਫਿਰ ਤੁਸੀਂ ਬਿਨਾਂ ਦੇਖੇ ਇਹ 'ਚ ਕਨਵਰਟ ਕਰੋ, ਇਹ 'ਚ ਟ੍ਰਾਂਸਫਰ ਕਰੋ ਤੇ ਇਹ ਤੇ ਜੋ ਤੁਹਾਡੀ ਐਕਸਰਸਾਈਜ਼ ਹੈ ਤੁਹਾਡਾ ਜਵਾਬ ਹੋ ਜਾਏਗਾ। ਅਰਥਾਤ ਤੁਸੀਂ ਦੋਨੋਂ ਪਾਸੇ ਐਕਸਰਸਾਈਜ਼ ਨੂੰ ਕਰੋ, ਅਰਥਾਤ ਜਿੰਨੀਆਂ ਵੀ ਐਕਸਰਸਾਈਜ਼ ਨੇ ਇਹ ਤੁਹਾਡੇ ਵਾਸਤੇ ਡਬਲ ਐਕਸਰਸਾਈਜ਼ ਬਣ ਜਾਣਗੀਆਂ। ਸਿੰਪਲ ਟੂ ਕੰਪਲੈਕਸ ਕਰੋ ਤੇ ਕੰਪਲੈਕਸ ਟੂ ਉਸੇ ਐਕਸਰਸਾਈਜ਼ ਨੂੰ ਕੰਪਲੈਕਸ ਟੂ ਸਿੰਪਲ ਕਰ ਲਓ। ਜਿੱਦਾਂ ਹੁਣ ਕੰਪਾਊਂਡ ਤੋਂ ਕੰਪਲੈਕਸ ਹੈਗੀ ਹੈ ਤੇ ਕੰਪਲੈਕਸ ਤੋਂ ਕੰਪਾਊਂਡ ਕਰ ਲਵੋ। ਠੀਕ ਹੈ ਨਾ ਜੀ। ਆਓ ਦੇਖੀਏ ਹੁਣ। ਹੀ ਸੌ ਦੀ ਲਾਇਨ ਐਂਡ ਫਲੈਡ, ਅਰਥਾਤ ਉਹਨੇ ਸ਼ੇਰ ਦੇਖਿਆ ਅਤੇ ਭੱਜ ਗਿਆ। ਤੈਨੂੰ ਕਿੱਦਾਂ ਕਹਾਂਗੇ? ਵੈਨ ਹੀ ਸੌ ਦਾ ਲਾਇਨ ਕੋਮਾ ਹੀ ਫਲੈਡ, ਜਦੋਂ ਉਹਨੇ ਸ਼ੇਰ ਦੇਖਿਆ ਉਹ ਭੱਜਿਆ। ਠੀਕ ਹੈ। ਹੀ ਫਲੈਡ ਵੈਨ ਹੀ ਸੌ ਦਾ ਲਾਇਨ, ਇਹਦਾ ਵੀ ਉਹੀ ਮਤਲਬ ਹੈ, ਜਦੋਂ ਉਹਨੇ ਸ਼ੇਰ ਦੇਖਿਆ ਉਹ ਭੱਜਿਆ। ਠੀਕ ਹੈ, ਜਾਂ ਸ਼ੇਰ ਦੇਖਦੇ ਸਾਰ ਉਹ ਭੱਜਿਆ। ਠੀਕ ਹੈ। ਸੋ ਵੈਨ ਹੀ ਸੌ ਦਾ ਲਾਇਨ ਹੀ ਫਲੈਡ, ਤੇ ਅਸੀਂ ਇਹਨੂੰ ਪਹਿਲੇ ਲਿਖ ਸਕਦੇ ਹਾਂ ਹੀ ਫਲੈਡ ਵੈਨ ਹੀ ਸੌ ਦਾ ਲਾਇਨ। ਠੀਕ ਹੈ, ਅੱਗੇ ਚਲੀਏ। ਹੀ ਗॉट ਦੀ ਮੈਸੇਜ ਐਂਡ ਰਿਪਲਾਈਡ ਐਟ ਵੰਸ, ਉਹਨੂੰ ਸੁਨੇਹਾ ਮਿਲਿਆ ਅਤੇ ਉਹਨੇ ਯਕਦਮ ਜਵਾਬ ਦਿੱਤਾ। ਸੋ ਅਸੀਂ ਇੱਦਾਂ ਕਹਿ ਸਕਦੇ ਹਾਂ ਵੈਨ ਹੀ ਗॉट ਦਾ ਮੈਸੇਜ ਕੋਮਾ ਹੀ ਰਿਪਲਾਈਡ ਐਟ ਵੰਸ, ਜਦੋਂ ਉਹਨੂੰ ਮੈਸੇਜ ਮਿਲਿਆ ਉਹਨੇ ਯਕਦਮ ਜਵਾਬ ਦੇ ਦਿੱਤਾ। ਜਾਂ ਫਿਰ ਅਸੀਂ ਇੱਦਾਂ ਕਹਿ ਸਕਦੇ ਹਾਂ ਹੀ ਰਿਪਲਾਈਡ ਐਟ ਵੰਸ ਵੈਨ ਹੀ ਗॉट ਦਾ ਮੈਸੇਜ। ਠੀਕ ਹੈ, ਉਹਨੇ ਇੱਕੋ ਦਮ ਜਵਾਬ ਦੇ ਦਿੱਤਾ ਜਦੋਂ ਉਹਨੂੰ ਸੁਨੇਹਾ ਮਿਲਿਆ। ਸੋ ਇਹਦਾ ਹੈਗਾ ਜਦੋਂ ਉਹਨੂੰ ਸੁਨੇਹਾ ਮਿਲਿਆ ਉਹਨੇ ਇੱਕੋ ਦਮ ਜਵਾਬ ਦੇ ਦਿੱਤਾ। ਠੀਕ ਹੈ। ਆਈ ਸੌ ਦੀ ਥੀਫ ਐਂਡ ਕੌਟ ਹਿਮ, ਮੈਂ ਚੋਰ ਦੇਖਿਆ ਅਤੇ ਉਹਨੂੰ ਫੜ ਲਿਆ। ਸੋ ਇਹ ਵੀ ਇੱਦਾਂ ਹੀ ਸੇਮ ਹੈਗੇ ਨੇ ਵਾਲੇ। ਵੈਨ ਆਈ ਸੌ ਦਾ ਥੀਫ, ਜਦੋਂ ਮੈਂ ਚੋਰ ਦੇਖਿਆ, ਆਈ ਕੌਟ ਹਿਮ, ਮੈਂ ਉਹਨੂੰ ਫੜ ਲਿਆ। ਜਾਂ ਫਿਰ ਆਈ ਕੌਟ ਦਾ ਥੀਫ ਵੈਨ ਆਈ ਸੌ ਹਿਮ, ਸੋ ਮੈਂ ਚੋਰ ਨੂੰ ਫੜ ਲਿਆ ਜਦੋਂ ਮੈਂ ਉਹਨੂੰ ਦੇਖਿਆ। ਠੀਕ ਹੈ, ਅੱਗੇ ਚਲੀਏ। ਯੂ ਹੈਵ ਟੂ ਰਾਈਟ ਇਟ ਔਰ ਯੂ ਵਿਲ ਫॉरगेट ਇਟ, ਅਰਥਾਤ
ਤੈਨੂੰ ਇਹ ਲਿਖਣਾ ਪੈਣਾ ਹੈ, ਨਹੀਂ ਤੇ ਤੂੰ ਭੁੱਲ ਜਾਏਗਾ। ਸੋ ਇਹਨੂੰ ਸਿੱਧਾ ਲਿਖ ਸਕਦੇ ਹਾਂ, unless you write it you will forget it, ਅਰਥਾਤ ਜਦੋਂ ਤਾਈਂ ਤੂੰ ਇਹਨੂੰ ਨਹੀਂ ਲਿਖਦਾ ਤੂੰ ਭੁੱਲ ਜਾਏਗਾ। ਜਾਂ if you do not write it you will forget it, ਅਗਰ ਤੂੰ ਜੇ ਇਹਨੂੰ ਨਹੀਂ ਲਿਖਦਾ ਤੂੰ ਭੁੱਲ ਜਾਏਗਾ, ਇਹਨੂੰ ਭੁੱਲ ਜਾਏਗਾ। ਤੇ ਇਹਨੂੰ ਜਿਹੜੀ ਚੀਜ਼ ਹੈ, ਇਹ ਵਾਲਾ ਸੈਕਸ਼ਨ ਹੈ ਕਲੌਜ਼, ਇਹਨੂੰ ਅਸੀਂ ਮੋਹਰੇ ਲਿਖ ਸਕਦੇ ਹਾਂ ਤੇ ਇਹਨੂੰ ਪਿੱਛੇ ਲਿਖ ਸਕਦੇ ਹਾਂ। You will forget it unless you write it, you will forget it if you do not write it। ਇਹ ਦੇਖੋ ਇੱਥੇ ਕੌਮਾ ਆਏਗਾ, ਇਹਨਾਂ 'ਚ ਕੌਮਾ ਨਹੀਂ ਆਏਗਾ। ਜਦੋਂ unless ਗੱਭੇ ਆ ਜਾਏ, if ਗੱਭੇ ਆ ਜਾਏ, ਫਿਰ ਕੌਮਾ ਦੀ ਥੋੜੀ ਸੰਭਾਵਨਾ ਘਟ ਜਾਂਦੀ ਹੈ, ਠੀਕ ਹੈ। ਸੋ ਅੱਗੇ ਦੇਖੀਏ, the teacher explained the sum and the students noted it, ਅਰਥਾਤ ਅਧਿਆਪਕ ਨੇ ਸਵਾਲ ਸਮਝਾਇਆ ਅਤੇ ਵਿਦਿਆਰਥੀਆਂ ਨੇ ਉਹਨੂੰ ਆਪਣੀ ਨੋਟਬੁੱਕ ਵਿੱਚ ਨੋਟ ਕਰ ਲਿਆ, ਉਤਾਰ ਲਿਆ। ਸੋ ਇਹਨੂੰ ਦੋ ਤਰੀਕਿਆਂ ਨਾਲ ਲਿਖ ਸਕਦੇ ਹਾਂ, while the teacher explained the sum the students noted it, ਅਰਥਾਤ ਜਦੋਂ ਟੀਚਰ ਸਵਾਲ ਸਮਝਾ ਰਿਹਾ ਸੀ, ਜਦੋਂ ਟੀਚਰ ਨੇ ਸਵਾਲ ਸਮਝਾਇਆ ਵਿਦਿਆਰਥੀਆਂ ਨੇ ਨੋਟ ਕਰ ਲਿਆ। as the teacher explained the sum the students noted it, ਅਰਥਾਤ ਜਿਵੇਂ ਅਧਿਆਪਕ ਨੇ ਸਵਾਲ ਸਮਝਾਇਆ ਵਿਦਿਆਰਥੀਆਂ ਨੇ ਉਹਨੂੰ ਨੋਟ ਕਰ ਲਿਆ, ਠੀਕ ਹੈ। ਅੱਗੇ ਚਲੀਏ, ਹੁਣ ਹੈਗਾ he finished his breakfast and left the table, ਅਰਥਾਤ ਉਹਨੇ ਆਪਣਾ ਸਵੇਰ ਦਾ ਨਾਸ਼ਤਾ ਮੁਕਾਇਆ ਐਂਡ ਅਤੇ ਲੈਫਟ ਦਾ ਟੇਬਲ, ਅਤੇ ਟੇਬਲ ਤੋਂ ਉੱਠ ਕੇ ਚਲਾ ਗਿਆ, ਅਰਥਾਤ ਲੈਫਟ ਦਾ ਟੇਬਲ ਵੀ ਟੇਬਲ ਤੋਂ ਉੱਠ ਗਿਆ। ਟੇਬਲ ਕੁਰਸੀ ਤੇ ਬੈਠਾ ਨਾਸ਼ਤਾ ਕਰ ਰਿਹਾ ਸੀ, ਨਾਸ਼ਤਾ ਕੀਤਾ ਤੇ ਉੱਠ ਗਿਆ। ਹੁਣ ਇਹਨੂੰ ਬੱਚਿਓ ਇੱਦਾਂ ਲਿਖ ਸਕਦੇ ਹਾਂ, after he finished his breakfast, ਇਹ ਕੰਪਾਊਂਡ ਹੈਗਾ, ਦੇਖੋ ਐਂਡ ਹੈਗਾ ਨਾ, ਇਹ ਕੰਪਾਊਂਡ ਹੈ, ਇਹ ਕੰਪਾਊਂਡ ਸੈਂਟੈਂਸ ਹੈ, ਠੀਕ ਹੈ। ਤੇ ਇਹਨੂੰ ਅਸੀਂ ਹੁਣ ਕੰਪਲੈਕਸ ਵਿੱਚ ਕਰਦੇ ਪਏ ਹਾਂ। after he finished his breakfast, he left the table, ਆਪਣਾ ਨਾਸ਼ਤਾ ਮੁਕਾਉਣ ਮਗਰੋਂ ਉਹ ਟੇਬਲ ਤੋਂ ਉੱਠ ਗਿਆ। when he finished his breakfast, when ਵੀ ਵਰਤ ਸਕਦੇ ਹਾਂ, ਜਦੋਂ ਉਹਨੇ ਨਾਸ਼ਤਾ ਮੁਕਾਇਆ ਉੱਠ ਗਿਆ। ਹੁਣ ਇਸ ਚੀਜ਼ ਨੂੰ ਇਹ ਵਾਲਾ ਹਿੱਸਾ he left the table ਅਸੀਂ ਪਹਿਲੇ ਲਿਖ ਸਕਦੇ ਹਾਂ, he left the table after he finished his breakfast, ਜਾਂ he left the table when he finished his breakfast। ਬੜੀ ਵਧੀਆ ਚੀਜ਼ ਹੈ ਬੱਚੋ, ਦੇਖੋ ਇੱਕੋ ਗੱਲ ਨੂੰ ਅਸੀਂ ਇਹ ਦੇਖੋ 5 ਢੰਗ ਨਾਲ ਲਿਖਿਆ ਹੈ ਕਿਸਮ ਦਾ, ਇੱਕ ਢੰਗ ਉਹਨਾਂ ਨੇ ਦੱਸਿਆ ਤੇ 4 ਢੰਗ ਅਸੀਂ ਆਪਣੇ ਨਾਲ ਲਿਖ ਦਿੱਤੇ ਨੇ। ਸੋ ਬੱਚੋ ਇਹਦੇ ਨਾਲ ਤੇ ਦੇਖੋ ਕਿੰਨੇ ਸਾਰੇ ਸੈਂਟੈਂਸਿਸ ਦਾ ਤੁਹਾਡਾ ਅਭਿਆਸ ਹੋ ਰਿਹਾ ਹੈ। ਇਹ ਸਾਰਿਆਂ ਨੂੰ ਉੱਚੀ ਉੱਚੀ ਬੋਲੋ, ਭਾਵੇਂ ਕੰਠ ਕਰ ਲਓ, ਇਹ ਤੁਹਾਡੇ ਮੂੰਹ ਚੜ ਜਾਣਗੇ। ਔਰ ਆਮ ਬੋਲ ਚਾਲ ਦੇ ਇਹ ਸਾਰੇ ਸੈਂਟੈਂਸਿਸ ਨੇ, ਲਿਖਤੀ ਰੂਪ ਵਿੱਚ ਵੀ ਇਹਨਾਂ ਦਾ ਲੋੜ ਪੈਂਦੀ ਹੈ, ਬੋਲ ਚਾਲ ਵਿੱਚ ਵੀ ਇਹਨਾਂ ਦੀ ਲੋੜ ਪੈਂਦੀ ਹੈ। ਹੁਣ ਆ ਗਿਆ 7th, he was upset but did not lose heart। he was upset ਮੈਨੇ ਉਹ ਪਰੇਸ਼ਾਨ ਸੀ, but did not lose heart, ਪਰ ਉਹਨੇ ਦਿਲ ਨਹੀਂ ਹਾਰਿਆ, ਠੀਕ ਹੈ, ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਛੱਡਿਆ। ਹੁਣ ਇਹਨੂੰ ਦੇਖੋ ਬੱਚਿਓ, ਇਹ ਅਸੀਂ 3 ਤਰੀਕੇ ਨਾਲ ਕੀਤਾ ਹੈ, 1 2 3 ਤੇ ਦੂਜਾ ਵੀ ਜੋੜਾ 3 ਟਾਈਪ, ਮਤਲਬ ਇੱਕੋ ਚੀਜ਼ ਹੈ ਪਰ ਉਹ ਜਿਹੜਾ ਅੱਗੇ ਪਿੱਛੇ ਕੀਤਾ ਅਸੀਂ ਵਰਤਿਆ although, ਦੋ ਤੇ even though। ਮੈਂ ਪਹਿਲੇ ਵੀ ਤੁਹਾਨੂੰ ਐਕਸਰਸਾਈਜ਼ ਵਿੱਚ ਦੱਸ ਚੁੱਕਾ ਕਿ ਇਹ ਤਿੰਨੋਂ ਦਾ ਇੱਕੋ ਹੀ ਮਤਲਬ ਹੁੰਦਾ ਹੈ, although, ਦੋ ਤੇ even though। although ਜਿਹੜਾ ਹੈ ਲਿਖਤੀ ਰੂਪ ਵਿੱਚ ਜ਼ਿਆਦਾ ਤੌਰ ਤੇ ਫਾਰਮਲ ਹੈਗਾ, ਇਹਨੂੰ ਵਰਤਿਆ ਜਾਂਦਾ ਹੈ। ਦੋ ਬੋਲਚਾਲ ਵਿੱਚ ਵਰਤਿਆ ਜਾਂਦਾ ਹੈ, ਪਰ ਲਿਖਤ ਵਿੱਚ ਵੀ ਅਸੀਂ ਵਰਤ ਲੈਂਦੇ ਹਾਂ, ਕੋਈ ਮਾੜੀ ਗੱਲ, ਕੋਈ ਮਤਲਬ ਕਿ ਇਹ ਪ੍ਰਵਾਨ ਹੈ। ਤੇ ਈਵਨ ਦੋ ਥੋੜਾ ਜਿਹਾ ਗੱਲ ਜ਼ੋਰ ਦੇ ਕੇ ਕਹਿਣੀ ਹੋਵੇ ਤਾਂ ਅਸੀਂ ਵਰਤਦੇ ਹਾਂ, ਠੀਕ ਹੈ। ਸੋ although he was upset, he did not lose heart, ਅਰਥਾਤ ਹਾਲਾਂਕਿ ਉਹ ਪਰੇਸ਼ਾਨ ਸੀ, ਉਹਨੇ ਹੌਸਲਾ ਨਹੀਂ ਛੱਡਿਆ, ਉਹਨੇ ਹਿੰਮਤ ਨਹੀਂ ਹਾਰੀ, ਉਹਨੇ ਦਿਲ ਨਹੀਂ ਹਾਰਿਆ। though he was upset, ਇਹ although, ਦੋ, even ਦੋ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਲਾਂਕਿ ਜਾਂ ਭਾਵੇਂ। ਸੋ ਭਾਵੇਂ ਉਹ ਅਪਸੈਟ ਸੀ, he did not lose heart, even though he was upset, ਹਾਲਾਂਕਿ ਉਹ ਅਪਸੈਟ ਸੀ, he did not lose heart। ਹੁਣ ਇਹ ਜਿਹੜੀ ਚੀਜ਼ ਹੈ ਵਾਲੀ, ਇਹ ਅਸੀਂ ਪਹਿਲੇ ਲਿਖ ਸਕਦੇ ਹਾਂ ਤੇ ਇਹ ਜਿਹੜੀ ਹੈ ਬਾਅਦ ਚੋਂ ਲਿਖ ਸਕਦੇ ਹਾਂ, ਇੱਕੋ ਹੀ ਗੱਲ ਹੈ। he did not lose heart, ਉਹਨੇ ਹਿੰਮਤ ਨਹੀਂ ਹਾਰੀ, although he was upset, ਭਾਵੇਂ ਉਹ ਅਪਸੈਟ ਸੀ। he did not lose heart, ਉਹਨੇ ਦਿਲ ਨਹੀਂ ਹਾਰਿਆ, though he was upset, ਹਾਲਾਂਕਿ ਉਹ ਅਪਸੈਟ ਸੀ। he did not lose heart, ਉਹਨੇ ਹੌਸਲਾ ਨਹੀਂ ਛੱਡਿਆ, even though he was upset, ਭਾਵੇਂ ਉਹ ਅਪਸੈਟ ਸੀ, ਠੀਕ ਹੈ। be simple and you will win hearts, be simple ਮੈਨੇ ਸਾਦਗੀ ਅਪਣਾਓ and you will win hearts, ਅਤੇ ਫਿਰ ਤੁਸੀਂ ਲੋਕਾਂ ਦੇ ਦਿਲ ਜਿੱਤ ਲਓਗੇ। ਸੋ ਇਹਨੂੰ ਇੱਦਾਂ ਲਿਖ ਸਕਦੇ ਹਾਂ, if you are simple, ਜੇ ਤੁਸੀਂ ਸਾਦੇ ਹੋ, you will win hearts, ਤੁਸੀਂ ਲੋਕਾਂ ਦਾ ਦਿਲ ਜਿੱਤ ਲਓਗੇ। you will win hearts if you are simple, ਤੁਸੀਂ ਲੋਕਾਂ ਦਾ ਦਿਲ ਜਿੱਤ ਲਓਗੇ ਜੇ ਤੁਸੀਂ ਸਿੰਪਲ ਹੋ, ਜੇ ਤੁਸੀਂ ਸਾਦੇ ਹੋ। ਸੋ ਇਸ ਚੀਜ਼ ਨੂੰ ਇੱਥੇ ਲਿਖ ਲਿਆ ਤੇ ਇਹ ਚੀਜ਼ ਨੂੰ ਚੱਕ ਕੇ ਅਸੀਂ ਇਹ ਪਹਿਲੇ ਲਿਖ ਲਿਆ ਤੇ ਇਹ ਬਾਅਦ ਚੋਂ ਲਿਖ ਲਿਆ। ਇਹ ਦੇਖੋ if ਜੇ ਪਹਿਲੇ ਆਉਂਦਾ ਹੈ ਫਿਰ ਇੱਥੇ ਕੌਮਾ ਹੈ, ਜੇ if ਵਿੱਚ ਆਉਂਦਾ ਹੈ ਫਿਰ ਕੌਮੇ ਦੀ ਸੰਭਾਵਨਾ ਘਟ ਜਾਂਦੀ ਹੈ, ਇੱਥੇ ਕੌਮਾ ਨਹੀਂ ਆਇਆ। ਇਹ ਬਸ ਇਹ ਗੱਲ ਦਾ ਖਿਆਲ ਰੱਖਣਾ ਹੈ ਥੋੜਾ, ਇੱਥੇ ਕੌਮਾ ਆਇਆ,
इत्थे नहीं आएगा। ठीक है, ਇਹ ਦੇਖੋ ਹੁਣ ਬੱਚਿਓ, she tried her best but could not catch the thief। ਉਹਨੇ ਪੂਰਾ ਵਾਹ ਲਾਇਆ, she tried her best माने पूरा वाह लाया, पूरे मतलब कि कह लो पूरी जोर ला के दौड़ी, but could not catch the thief, पर चोर ਨੂੰ ਫੜ ਨਾ ਸਕੀ। ਇਹੀ ਬੱਚੋ ਸੇਮ ਤਰੀਕਾ ਹੈ, although, though ਤੇ even though। ਤੇ ਫਿਰ ਜਿਹੜੀ ਇਹ ਚੀਜ਼ ਹੈ ਕੌਮੇ ਤੋਂ ਬਾਅਦ ਵਾਲੀ, ਇਹ ਪਹਿਲੇ ਲਿਖ ਦੇਣਾ ਹੈ ਤੇ ਇਹ ਹਿੱਸਾ ਬਾਅਦ ਚੋਂ ਲਿਖ ਦੇਣਾ। ਦੇਖੋ although she tried her best, ਭਾਵੇਂ ਉਹਨੇ ਪੂਰਾ ਜ਼ੋਰ ਲਾਇਆ, she could not catch the thief, ਚੋਰ ਨਾ ਫੜ ਸਕੀ। ਇਹ ਦੋ ਲਿਖ ਦਿੱਤਾ, although ਦੀ ਜਗ੍ਹਾ ਦੋ, even though ਤੇ ਬਾਕੀ ਸਾਰਾ ਉਹੀ ਹੈ। ਤੇ ਜਾਂ ਫਿਰ ਜਿਹੜੀ ਇਹ ਚੀਜ਼ ਹੈ ਇਹਨੂੰ ਪਹਿਲੇ ਲਿਖ ਦਿਓ, she could not catch the thief, ਉਹ ਚੋਰ ਨਾ ਫੜ ਸਕੀ, although she tried her best, ਭਾਵੇਂ ਉਹਨੇ ਪੂਰਾ ਜ਼ੋਰ ਲਾਇਆ। she could not catch the thief, ਇੱਥੇ although ਦੀ ਜਗ੍ਹਾ ਦੋ ਲਿਖ ਦਿੱਤਾ। ਠੀਕ ਹੈ, ਤੇ ਅਗਲੇ ਤੇ ਆ ਗਿਆ even though ਲਿਖ ਦਿੱਤਾ। she could not catch the thief even though she tried her best, ਅਰਥਾਤ ਉਹ ਚੋਰ ਨੂੰ ਨਾ ਫੜ ਸਕੀ ਹਾਲਾਂਕਿ ਉਹਨੇ ਪੂਰਾ ਵਾਹ ਲਾਇਆ। ਠੀਕ ਹੈ, ਹੁਣ ਆਖਰੀ ਸੈਂਟੈਂਸ ਦੇਖੀਏ ਇਹਦਾ, the principal addressed the students। ਐਡਰੈਸ ਦਾ ਮਤਲਬ ਹੁੰਦਾ ਹੈ ਸੰਬੋਧਨ ਕਰਨਾ, ਅਰਥਾਤ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਅਤੇ gave his message, ਅਤੇ ਆਪਣਾ ਸੁਨੇਹਾ ਦਿੱਤਾ। ਹੁਣ ਇਹਨਾਂ ਦਾ ਕਿੱਦਾਂ ਕਵਾਂਗੇ, when the principal addressed the students he gave his message, ਅਰਥਾਤ ਜਦੋਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਉਹਨੇ ਆਪਣਾ ਸੁਨੇਹਾ ਦੇ ਦਿੱਤਾ। ਤੇ ਜਾਂ ਫਿਰ ਮੈਂ ਇਹ ਚੀਜ਼ ਨੂੰ ਪਹਿਲੇ ਲਿਖ ਸਕਦਾ, the principal gave his message, ਅਰਥਾਤ ਪ੍ਰਿੰਸੀਪਲ ਨੇ ਆਪਣਾ ਸੁਨੇਹਾ ਦਿੱਤਾ when he addressed the students, ਜਦੋਂ ਉਹਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਠੀਕ ਹੈ, ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਸਰਸਾਈਜ਼ਸ 10 ਐਂਡ 11। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ, ਉਤਸ਼ਾਹ ਦੇ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।